Okay, so welcome students once again in the lecture series that we had started on web development using PHP. And पिछले lecture ਦੇ ਵਿੱਚ ਆਪਾਂ basic introduction of to the PHP ਦੇ ਵਿੱਚ ਜੋ basic ਚੀਜ਼ਾਂ ਸੀ ਇੱਕ PHP ਦੇ ਵਿੱਚ PHP code ਦੇ ਵਿੱਚ ਅਸੀਂ basic ਚੀਜ਼ਾਂ ਕੀ ਦੇਖਦੇ ਹਾਂ like operator, variable declarations, then ਉਸ ਤੋਂ ਬਾਅਦ ਕੁਝ ਇੱਕ basics ਜੋ ਇੱਕ PHP ਕੋਡ ਨੂੰ ਲਿਖਣ ਲੱਗੇ ਸਾਨੂੰ ਜ਼ਰੂਰੀ ਹੁੰਦੇ ਨੇ ਉਹਨਾਂ ਦੇ ਬਾਰੇ ਆਪਾਂ ਦੇਖ ਲਿਆ ਸੀ ਚੈਪਟਰ ਨੰਬਰ 1 ਦੇ ਵਿੱਚ। ਸੋ ਵਾਂਸ ਅਗੇਨ ਮੈਂ ਬੁੱਕ ਨੂੰ ਮੈਂਸ਼ਨ ਕਰ ਦਿੰਦਾ ਕਿ ਮੈਂ ਕਿਹੜੀ ਬੁੱਕ ਫੋਲੋ ਕਰ ਰਿਹਾ। ਦਿਸ ਇਜ਼ ਦ book that has been authored by Robin Nixon, okay, and this is the cover page of the book, okay, so learning PHP, MySQL and JavaScript with jQuery, CSS and HTML5, and the PDF of this book is also available on the internet, so you can download the PDF also. Now the next chapter that we are going to start in this session is expressions and control flow in PHP. We'll talk in much more detail about the expressions and the control flow in the PHP. So इन्हां दे बारे आपां कुछ डिटेल दे विच अज गल करांगे। सो expressions दी गल करदे हां। expression basically की हुंदी है, अगर mathematical expressions दी भी असीं गल करदे हां तां उस दे विच भी साडे कोल जो equations हुंदियां like if एक साइड ते अपने कोल LHS ਦੇ ਵਿੱਚ ਕੁਝ ਹੁੰਦਾ ਹੈ, ਇੱਕ ਸਾਈਡ ਤੇ ਆਪਣੇ ਕੋਲ ਰਾਈਟ ਹੈਂਡ ਸਾਈਡ ਦੇ ਵਿੱਚ ਕੁਝ ਹੁੰਦਾ ਹੈ, ਤੇ ਜਿਹੜੀਆਂ ਉਹ ਐਕਸਪ੍ਰੈਸ਼ਨਸ ਬੇਸਿਕਲੀ ਆਪਾਂ ਲਿਖਦੇ ਹਾਂ ਉਹਨਾਂ ਨੂੰ ਹੀ ਅਸੀਂ ਐਕਸਪ੍ਰੈਸ਼ਨ ਕਹਿੰਦੇ ਹਾਂ। ਠੀਕ ਹੈ, ਸੋ ਫॉर एग्जांपल ਇੱਥੇ ਤੁਸੀਂ ਦੇਖ ਪਾ ਰਹੇ ਹੋਗੇ ਜਿਹੜੀ ਆਪਣੇ ਕੋਲ ਆ ਮੈਥਮੈਟੀਕਲ ਫਾਰਮ ਦੀ ਐਕਸਪ੍ਰੈਸ਼ਨ ਹੈ, ਇਹਨੂੰ ਤੁਸੀਂ ਅਗਰ PHP 'ਚ ਲਿਖਣਾ ਚਾਹੋ ਤਾਂ ਤੁਸੀਂ ਕੁਝ ਇਦਾਂ ਲਿਖ ਸਕਦੇ ਹੋ। ਓਕੇ, ਐਂਡ ਉਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਦੇ ਹਾਂ। ਸੋ ਇਹ ਤਾਂ ਬਹੁਤ ਬੇਸਿਕ ਚੀਜ਼ ਸੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਟਰੂ ਔਰ ਫਾਲਸ। ਠੀਕ ਹੈ, ਸੋ PHP ਦੇ ਵਿੱਚ ਜੋ ਬੂਲੀਅਨ ਵੈਲਿਊਜ਼ ਨੇ ਉਹਨਾਂ ਨੂੰ ਇਵੈਲੂਏਟ ਕੀਤਾ ਜਾਂਦਾ ਹੈ ਐਕਚੁਅਲੀ ਇਨ ਟਰਮਸ ਆਫ ਟਰੂ ਐਂਡ ਫਾਲਸ। ਬਟ ਇੱਥੇ ਇੱਕ ਚੀਜ਼ ਇਹ ਧਿਆਨ ਰੱਖਣੀ ਹੈ ਕਿ ਕੈਪੀਟਲ ਦੇ ਵਿੱਚ ਵੀ ਟਰੂ ਐਂਡ ਫਾਲਸ ਤੁਸੀਂ ਲਿਖ ਸਕਦੇ ਹੋ। ਅਗਰ ਤੁਸੀਂ ਕਿਸੇ ਵੇਰੀਏਬਲ ਨੂੰ ਕਿਸੇ ਕੰਡੀਸ਼ਨ ਨੂੰ ਟਰੂ ਦੇ ਇਕੁਅਲ ਚੈੱਕ ਕਰਨਾ ਚਾਹੁੰਦੇ ਹੋਗੇ ਵੀ ਉਹਦਾ ਜੋ ਰਿਜ਼ਲਟ ਹੈ ਉਹ ਟਰੂ ਹੈ ਕਿ ਨਹੀਂ ਹੈ, ਤਾਂ ਤੁਸੀਂ ਕੈਪੀਟਲ ਦੇ ਵਿੱਚ ਵੀ ਲਿਖ ਸਕਦੇ ਹੋ, ਸਮਾਲ ਦੇ ਵਿੱਚ ਵੀ ਲਿਖ ਸਕਦੇ ਹੋ। ਬਟ ਪ੍ਰੈਫਰ ਇਹ ਕੀਤਾ ਜਾਂਦਾ ਕਿ ਤੁਸੀਂ ਸਮਾਲ ਦੇ ਵਿੱਚ ਲਿਖੋ। ਕਾਰਨ ਇਹ ਹੈ ਕਿ ਜਿਹੜੇ ਕੈਪੀਟਲ ਵਾਲੇ ਹੁੰਦੇ ਨੇ, ਆਪਾਂ ਕਹਿ ਲਈਏ ਕਿ ਜੋ ਕੈਪੀਟਲ ਲੈਟਰਸ ਦੇ ਵਿੱਚ ਤੁਸੀਂ ਟਰੂ ਐਂਡ ਫਾਲਸ ਲਿਖਦੇ ਹੋ ਉਹ ਬੇਸਿਕਲੀ ਜਿਹੜੇ ਕਨਸਟੈਂਟਸ ਹੁੰਦੇ ਨੇ ਉਹਨਾਂ ਦੀ ਜਗ੍ਹਾ ਦੇ ਉੱਪਰ ਕੁਝ ਹੋਰ ਵੀ ਡਿਫਾਈਨ ਕੀਤਾ ਜਾ ਸਕਦਾ। ਠੀਕ ਹੈ, ਸੋ ਦੈਟ ਮੀਨਸ ਜੋ ਅਗਰ ਕੋਈ ਕਦੇ ਤੁਸੀਂ ਕੋਈ ਥਰਡ ਪਾਰਟੀ ਲਾਇਬ੍ਰੇਰੀ ਕੋਡ ਜਾਂ ਤੁਸੀਂ ਇਦਾਂ ਦਾ ਕੁਝ ਇਨਕਲੂਡ ਕਰ ਰਹੇ ਹੋ ਆਪਣੇ ਪ੍ਰੋਜੈਕਟ ਦੇ ਵਿੱਚ, ਤਾਂ ਉੱਤੇ ਹੋ ਸਕਦਾ ਕਿ ਇਸ ਟਰੂ ਦਾ ਮੀਨਿੰਗ ਕੁਝ ਹੋਰ ਹੋਵੇ। ਸੋ ਇਸ ਕਰਕੇ ਜਨਰਲੀ ਪ੍ਰੈਫਰ ਕੀਤਾ ਜਾਂਦਾ ਹੈਗਾ ਕਿ ਟਰੂ ਜਿਹੜਾ ਹੈਗਾ ਜਾਂ ਫਾਲਸ ਹੈਗਾ ਤੁਸੀਂ ਉਹ ਛੋਟੇ ਲੈਟਰਸ ਦੇ ਵਿੱਚ ਤੁਸੀਂ ਉਹਨਾਂ ਨੂੰ ਯੂਜ਼ ਕਰੋ। ਓਕੇ, ਨਾਓ ਨੈਕਸਟ coming to the boolean expressions, boolean expression ਦੀ ਗੱਲ ਕਰਦੇ ਹਾਂ। ਸੋ ਫॉर एग्जांपल ਇੱਥੇ ਤੁਸੀਂ ਇੱਕ ਸਿੰਪਲ ਜੀ ਐਗਜ਼ਾਮਪਲ ਦੇਖ ਸਕਦੇ ਹੋ। ਇੱਥੇ ਚੈੱਕ ਕੀਤਾ ਜਾ ਰਿਹਾ ਹੈ ਕਿ ਕੋਈ ਜੋ ਨੰਬਰ ਹੈ ਉਹ ਦੂਸਰੇ ਨੰਬਰ ਤੋਂ ਲਾਰਜਰ ਹੈ, ਗ੍ਰੇਟਰ ਹੈ। ਠੀਕ ਹੈ, ਸੋ ਉਦਾਂ ਦੀ ਐਕਸਪ੍ਰੈਸ਼ਨ ਇੱਥੇ ਚੈੱਕ ਕੀਤੀ ਜਾ ਰਹੀ ਹੈ। ਇਹਨਾਂ ਡਾਟਸ ਦਾ ਕਨਕੈਟੀਨੇਸ਼ਨ ਦਾ ਰੋਲ ਕੀ ਹੁੰਦਾ ਇਸ ਬਾਰੇ ਮੈਂ ਆਲਰੇਡੀ ਗੱਲ ਕਰ ਚੁੱਕਿਆ, ਤੋਂ ਉਸ ਵੀਡੀਓ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਸੋ ਉਹ ਤੁਸੀਂ ਦੇਖ ਸਕਦੇ ਹੋ ਜਿੱਥੇ ਕਨਕੈਟੀਨੇਸ਼ਨ ਦੇ ਬਾਰੇ ਮੈਂ ਸਾਰੀ ਗੱਲ ਕੀਤੀ ਹੈ। ਦੈਨ ਜਿਹੜਾ ਆਪਣੇ ਕੋਲ ਟੈਕਸਟ ਹੁੰਦਾ ਹੈਗਾ ਜਾਂ ਆਪਾਂ ਕਹ ਲਈਏ ਸਟੈਟਿਕ ਜੋ ਪੋਰਸ਼ਨ ਹੈ ਉਸ ਨੂੰ ਅਸੀਂ ਕਨਕੈਟੀਨੇਟ ਕਰ ਸਕਦੇ ਹਾਂ ਡਾਇਨਾਮਿਕ ਪੋਰਸ਼ਨ ਦੇ ਨਾਲ। ਠੀਕ ਹੈ ਨਾ, ਜਿਹੜਾ ਐਕਸਪ੍ਰੈਸ਼ਨਸ ਨੇ ਬੇਸਿਕਲੀ। ਹੁਣ ਤੁਸੀਂ ਇੱਥੇ ਦੇਖੋਗੇ ਕਿ 20 ਇਜ਼ ਗ੍ਰੇਟਰ ਦੈਨ 9, ਦੈਟ ਮੀਨਸ ਦਾ ਆਨਸਰ 1 ਹੋਣਾ ਚਾਹੀਦਾ। ਓਕੇ, ਸੋ ਇੱਥੇ ਆਨਸਰ ਕੀ ਆ ਜਾਏਗਾ 1 ਆ ਜਾਏਗਾ। 5 ਇਜ਼ ਨਾਟ ਇਕੁਅਲਸ ਟੂ 6, 0 ਆ ਜਾਏਗਾ, ਯਾਨੀ ਇੱਥੇ ਖਾਲੀ ਹੋ ਜਾਏਗਾ। 1 ਇਜ਼ ਨਾਟ ਇਕੁਅਲਸ ਟੂ 0, ਇੱਥੇ ਵੀ ਖਾਲੀ ਹੋ ਜਾਏਗਾ। 1 equals to 1 ਇੱਥੇ ਆਪਣੇ ਕੋਲ ਕੀ ਆ ਜਾਏਗਾ 1 ਆ ਜਾਏਗਾ। ਠੀਕ ਹੈ, ਤਾਂ ਇਦਾਂ ਤੁਸੀਂ ਜੋ ਹੈ ਐਕਸਪ੍ਰੈਸ਼ਨਸ ਨੂੰ ਇਵੈਲੂਏਟ ਕਰ ਸਕਦੇ ਹੋ। ਐਂਡ ਸਿੰਪਲ ਟਰੂ ਤੇ ਫਾਲਸ ਵੀ ਲਿਖਦੇ ਹੋ ਤਾਂ ਟਰੂ ਨੂੰ ਇਕੁਇਵਲੈਂਟ ਕੀ ਕਿਸ ਚੀਜ਼ ਕਨਵਰਟ ਕਰ ਦਿੰਦਾ, ਜਦੋਂ ਇਕੋ ਕਰਦੇ ਹੋ ਤਾਂ 1 ਦੇ ਵਿੱਚ ਕਨਵਰਟ ਕਰ ਦਿੰਦਾ। ਅਗਰ ਫਾਲਸ ਨੂੰ ਲਿਖਦੇ ਹੋ ਤਾਂ ਉਹ ਖਾਲੀ ਛੱਡ ਦਿੰਦਾ, ਉਸ ਨੂੰ 0 ਨਹੀਂ ਲਿਖਦਾ। ਠੀਕ ਹੈ, ਯਾਦ ਰੱਖਿਓ ਉਸ ਨੂੰ 0 ਨਹੀਂ ਲਿਖਦਾ। by the way in some languages false may be defined as 0 or even as negative, so it is worth checking on its definition in each language. so please ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿ ਕਈ ਲੈਂਗੁਏजेस ਦੇ ਵਿੱਚ ਜਿਹੜੀ ਫਾਲਸ ਦੀ ਵੈਲਿਊ ਹੈ, ਫਾਲਸ ਦੀ ਵੈਲਿਊ ਜਿਹੜੀ ਹੈ ਉਹ 0 ਹੋ ਸਕਦੀ ਹੈ, -1 ਵੀ ਹੋ ਸਕਦੀ ਹੈ, ਬਟ PHP ਦੇ ਕੇਸ ਦੇ ਵਿੱਚ ਇਹ ਖਾਲੀ ਆਏਗੀ। ਓਕੇ, ਦੈਨ ਲਿਟਰਲ ਐਂਡ ਵੇਰੀਏਬਲਸ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਲਿਟਰਲਸ ਦੀ। ਲਿਟਰਲ ਕੀ ਹੁੰਦੇ ਆ ਬੇਸਿਕਲੀ ਲਿਟਰਲ is the simplest form of the expression which simply means something that evaluate to itself। मतलब बिल्कुल simplest चीज ਹੁੰਦੀ ਹੈ ਜਿਹੜੀ ਕਿ ਆਪਣੇ ਆਪ ਨੂੰ ਹੀ evaluate ਕਰਦੀ ਹੈ। ਫॉर एग्जांपल ਇੱਕ ਸਿੰਪਲ ਨੰਬਰ ਹੈ, ਅਸੀਂ ਉਸ ਨੂੰ ਲਿਟਰਲ ਕਹਿੰਦੇ ਹਾਂ, ਜਾਂ ਕੋਈ string ਹੈ ਅਸੀਂ ਉਸ ਨੂੰ ਲਿਟਰਲ ਕਹਿੰਦੇ ਹਾਂ। ਠੀਕ ਹੈ, an expression could also simply be a variable which evaluates to the value that has been assigned to it। ठीक है ना, अगर एक्सप्रेशन की गल करिए तो एक्सप्रेशन भी एक सिंपली वेरिएबल भी हो सकती है
ਜਿਹੜੀ ਕਿ ਇਵੈਲੂਏਟ ਕਰ ਰਹੀ ਹੈ, ਕਿਸ ਚੀਜ਼ ਨੂੰ ਇਵੈਲੂਏਟ ਕਰ ਰਹੀ ਹੈ, ਉਸ ਵੈਲਿਊ ਨੂੰ ਇਵੈਲੂਏਟ ਕਰ ਰਹੀ ਹੈ ਜਿਹੜੀ ਉਸਨੂੰ ਅਸਾਈਨ ਕੀਤੀ ਗਈ। ਠੀਕ ਹੈ, ਸੋ ਇੱਥੇ ਤੁਸੀਂ ਦੇਖੋਗੇ ਫॉर एग्जांपल ਇੱਥੇ ਲਿਟਰਲ ਕੀ ਹੈ ਆਪਣੇ ਕੋਲ, ਬ੍ਰਾਇਨ ਇਜ਼ ਅ ਲਿਟਰਲ, 37 ਇਜ਼ ਅ ਲਿਟਰਲ। ਓਕੇ, ਬਸ ਇਹਨਾਂ ਦੀ ਟਾਈਪ ਅਲੱਗ ਹੋ ਜਾਂਦੀ ਹੈ, ਜਿਵੇਂ ਸਟ੍ਰਿੰਗ ਲਿਟਰਲ ਹੈ, ਇੰਟੀਜਰ ਲਿਟਰਲ ਹੈ, ਫਲੋਟ ਲਿਟਰਲ ਹੈ। ਸੋ ਫॉर एग्जांपल ਜਿਵੇਂ ਇੱਥੇ 73 ਹੈ, ਇਹ ਨੂਮੈਰਿਕ ਹੈ, ਹੈਲੋ ਕੀ ਹੈ, ਸਟ੍ਰਿੰਗ ਲਿਟਰਲ ਹੈ, ਫਾਲਸ ਕਾਂਸਟੈਂਟ ਹੈ ਇਹ, ਐਂਡ ਦੈਨ ਡਾਲਰ ਮਾਈ ਨੇਮ ਕੀ ਹੈ ਆਪਣੇ ਕੋਲ, ਡਾਲਰ ਮਾਈ ਨੇਮ ਦੇ ਵਿੱਚ ਕੀ ਸੀਗਾ, ਬ੍ਰਾਇਨ ਸੀਗਾ, दैट मींस ਇਹ ਸਟ੍ਰਿੰਗ ਵੇਰੀਏਬਲ ਹੈ। ਸੋ ਹੁਣ ਤੁਸੀਂ ਇੱਥੇ ਯਾਦ ਰੱਖਿਓ ਵੇਰੀਏਬਲ ਹੈ, ਇਹਨੂੰ ਲਿਟਰਲ ਨਹੀਂ ਕਹਾਂਗੇ। ਦੈਨ ਮਾਈ ਏਜ, ਇਟ ਇਜ਼ ਅ ਨੂਮੈਰਿਕ ਵੇਰੀਏਬਲ। ठीक है ना, क्योंकि अगर मैं इतनी वैल्यू चेंज कर देना तो ऑटोमेटिकली माई एज की वैल्यू की हो जाएगी, चेंज हो जाएगी। ओके, सो ये इज दी आउटपुट है, तुसी आउटपुट देख सकते हो इसकी। देन नैक्सट असी की कर सकते हैं, असी कुछ इन्हां नूं मतलब ज्वाइन भी कर सकते हैं, ज्वाइन करके कुछ माइनस करना है लिटरल्स दे विचों, अगर वेरीएबल दी वैल्यूज माइनस करनी है तो असी उदां दी चीज़ां कर सकते हैं। सो फॉर एग्जांपल 366 चो अगर तुसी डे नंबर माइनस कर देने हो, दैट विल बी डेज टू न्यू ईयर। ठीक है, अगर डेज टू द न्यू ईयर इज लेस देन 30, नॉट लॉन्ग नाउ टिल न्यू ईयर, कुछ इदां दी स्टेटमेंट्स तुसी प्रिंट कर सकते हो। ओके, देन कम्स द मेजर पार्ट एंड यू कैन एक्सपेक्ट अ क्वेश्चन ऑन दिस at least for 5 marks, but 10 marks ਦੇ ਵਿੱਚ ਵੀ ਇਹ क्वेश्चन आ सकता है, that is operators। ठीक है, सो जनरली ਆਪਾਂ ਦੇਖਾਂਗੇ ਕਿ ਇਹ ਸਾਰੇ ਉਹੀ ਆਪਰੇਟਰਸ ਨੇ ਜੋ C ਜਾਂ C++ ਜਾਂ Java ਦੇ ਵਿੱਚ ਹੁੰਦੇ ਨੇ। ਸੋ ਮੋਸਟ ਆਫ ਦਾ ਟਾਈਮ ਉਹੀ ਆਪਰੇਟਰਸ ਹੁੰਦੇ ਨੇ, ਕੋਈ ਜ਼ਿਆਦਾ ਡਿਫਰੈਂਸਸ ਨਹੀਂ ਹੁੰਦੇ। ਸੋ ਆਪਰੇਟਰਸ ਦੀ ਕੈਟੇਗਰੀ ਦੇਖ ਲੈਂਦੇ ਆ, ਅਰਥਮੈਟਿਕ ਆਪਰੇਟਰਸ ਨੇ, ਦੈਨ ਐਰੇ ਦੇ ਕੁਝ ਆਪਰੇਟਰਸ ਨੇ, ਅਸਾਈਨਮੈਂਟ ਆਪਰੇਟਰਸ ਨੇ, ਬਿਟਵਾਈਜ਼ ਆਪਰੇਟਰ ਨੇ, ਕੰਪੈਰੀਜ਼ਨ ਹੈ, ਦੈਨ ਐਗਜ਼ੀਕਿਊਸ਼ਨ ਹੈ, ਓਕੇ, ਇੰਕਰੀਮੈਂਟ ਡਿਕਰੀਮੈਂਟ ਹੈ, ਲੌਜੀਕਲ ਆਪਰੇਟਰਸ ਨੇ, ਦੈਨ ਸਟ੍ਰਿੰਗ ਆਪਰੇਟਰਸ। ਓਕੇ, ਇਹਨਾਂ ਦੇ ਵਿੱਚੋਂ ਆ ਐਗਜ਼ੀਕਿਊਸ਼ਨ ਆਪਰੇਟਰ ਹੈ ਜਿਹੜਾ। ओके, एंड उस तो बाद बाकी तो आई थिंक सारे अवेलेबल होंगे ने। सो एग्जीक्यूशन का मतलब की है राजे कि जदों भी तुसी देखोगे जेडे थोड़े PHP का कोड है वो ज्यादातर थोड़े लिनक्स सर्वर्स के ऊपर काम करता है। जिवें विंडो एक ऑपरेटिंग सिस्टम है, इदां ही लिनक्स भी एक ऑपरेटिंग सिस्टम है। लिनक्स इज कंसिडर्ड टू बी मोर सिक्योर दैन विंडोज व्हेन इट कम्स to choose such an operating system that can provide the facility in which the server can process a large number of requests with an ease। ठीक है ना, जिथे ये रिक्वायरमेंट होवे कि जेड़ा थोड़ा सर्वर है, जेड़ी थोड़ी मशीन है, वो मशीन थोड़ी लार्ज नंबर ऑफ यूजर्स दियां रिक्वेस्ट नू चंगी तरह प्रोसेस करे, ईजिली प्रोसेस करे एंड सिक्योर मैनर च प्रोसेस करे, तो उत्थे हमेशा ही डेवलपर्स की चॉइस रहिंदी है लिनक्स। ओके, सो लिनक्स ਦੇ ਵਿੱਚ ਇੱਕ ਕਮਾਂਡ ਪ੍ਰੌਂਪਟ ਹੁੰਦਾ ਹੈ, ਜਿਵੇਂ ਵਿੰਡੋਜ਼ ਦੇ ਵਿੱਚ ਕਮਾਂਡ ਪ੍ਰੌਂਪਟ ਹੁੰਦਾ ਹੈ, ਉਹਦੇ ਲਿਨਕਸ ਦੇ ਵਿੱਚ ਸ਼ੈਲ ਹੁੰਦਾ ਬੇਸਿਕਲੀ। ਤਾਂ ਸ਼ੈਲ ਦੇ ਨਾਲ ਤੁਸੀਂ ਕਮਾਂਡਸ ਐਗਜ਼ੀਕਿਊਟ ਕਰ ਸਕਦੇ ਹੋ। ਸੋ ਇਹ ਵੀ ਫੈਸਿਲਿਟੀ ਮਿਲਦੀ ਹੈ ਕਿ PHP ਦਾ ਜਿਹੜਾ ਕੋਡ ਹੈ, ਉਹ PHP ਦੇ ਕੋਡ ਦੇ ਵਿੱਚ ਤੁਸੀਂ ਕੁਝ ਇਦਾਂ ਦੀਆਂ ਕਮਾਂਡਸ ਲਗਾ ਸਕਦੇ ਹੋ ਜਿਹੜੀਆਂ ਡਾਇਰੈਕਟਲੀ ਸਰਵਰ ਦੇ ਉੱਪਰ ਕੰਮ ਕਰਨ। ਮੈਂ ਇਸ ਦੀ ਇੱਕ ਐਗਜ਼ਾਮਪਲ ਦੇ ਦਿੰਦਾ। ਤੁਸੀਂ ਆਨਲਾਈਨ ਕਈ ਸਾਰੀਆਂ ਵੈਬਸਾਈਟਸ ਦੇਖੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਅਗਰ ਤੁਸੀਂ YouTube ਦਾ ਲਿੰਕ ਪੇਸਟ ਕਰਦੇ ਹੋ ਤਾਂ ਆਟੋਮੈਟਿਕਲੀ ਉਹ ਫਾਈਲ ਤੁਹਾਨੂੰ ਡਾਊਨਲੋਡ ਕਰਕੇ ਦੇ ਦਿੰਦਾ। तो अगर देखा जाए कि HTML या PHP ਦੇ ਵਿੱਚ ਇਟਸੈਲਫ ਕੋਈ ਫੈਸਿਲਿਟੀ ਨਹੀਂ ਹੈ ਇਦਾਂ ਦੀ ਡਾਊਨਲੋਡ ਕਰਨ ਦੀ, ਤਾਂ ਹੁੰਦਾ ਕੀ ਹੈ ਕਿ ਉਹ ਜਿਹੜਾ ਲਿੰਕ ਹੈ ਉਹ ਲਿੰਕ ਪਾਸ ਕੀਤਾ ਜਾਂਦਾ ਲਿਨਕਸ ਦੀ ਕਮਾਂਡ ਸ਼ੈਲ ਨੂੰ। ਲਿਨਕਸ ਦੇ ਵਿੱਚ ਇਦਾਂ ਦੀ ਕਮਾਂਡਸ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ, ਉਹਨੂੰ ਡਾਊਨਲੋਡ ਕਰ ਸਕਦੇ ਹਾਂ। ਸੋ ਅਲਟੀਮੇਟਲੀ ਉਹ ਡਾਊਨਲੋਡ ਕਰ ਦਿੰਦਾ, ਡਾਊਨਲੋਡ ਕਰਕੇ ਫਿਰ ਤੁਹਾਨੂੰ ਕੀ ਕਰ ਦਿੰਦਾ, ਡਿਸਪਲੇ ਕਰ ਦਿੰਦਾ। ਤਾਂ ਉੱਥੇ ਇਹ ਚੀਜ਼ਾਂ ਦੀ ਗੱਲ ਹੁੰਦੀ। ਸੋ ਇਹਨੂੰ ਆਪਾਂ ਕਰਾਂਗੇ ਬਟ ਲੇਟਰ ਡਾਊਨ ਦ ਲਾਈਨ। ਨਾਓ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਯੂਨਰੀ ਆਪਰੇਟਰਸ। ਯੂਨਰੀ ਆਪਰੇਟਰਸ ਕਿਹੜੇ ਹੁੰਦੇ ਨੇ, ਜਿਹੜੇ ਇੱਕੋ ਹੀ ਆਪਰੈਂਟ ਲੈਂਦੇ ਨੇ, ਯਾਨੀ ਇੱਕੋ ਹੀ ਵੇਰੀਏਬਲ ਨੂੰ ਕੰਸੀਡਰ ਕਰਦੇ ਆ, ਜਾਂ ਵੇਰੀਏਬਲ ਜਾਂ ਲਿਟਰਲ ਕਹਿ ਲਓ। ਠੀਕ ਹੈ ਨਾ, ਉਸ ਦੇ ਵਿੱਚ ਦੋ ਨਹੀਂ ਹੁੰਦੇ। ਫॉर एग्जांपल ਜਿਵੇਂ ਇਨਕਰੀਮੈਂਟ ਕਰਨਾ ਹੈ ਜਾਂ ਨੈਗੇਸ਼ਨ ਲਾਉਣੀ ਹੈ, ਨੈਗੇਟਿਵ ਲਾਉਣਾ ਕਿਸੇ ਨੰਬਰ ਦੇ ਅੱਗੇ। ਠੀਕ ਹੈ ਨਾ, ਸਿੰਗਲ ਆਪਰੈਂਟ। ਬਾਈਨਰੀ ਆਪਰੇਟਰਸ ਉਹ ਹੁੰਦੇ ਨੇ ਜਿਹੜੇ ਕਿ ਦੋ ਆਪਰੇਟਰਸ ਨਾਲ ਕੰਮ ਕਰਦੇ ਆ। ਟਰਨਰੀ ਆਪਰੇਟਰਸ ਜਿਹੜੇ ਕਿ ਤਿੰਨ ਨਾਲ ਕੰਮ ਕਰਦੇ ਆ। ਸੋ ਟਰਨਰੀ ਆਪਰੇਟਰ ਦੀ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੀ ਤੁਸੀਂ ਆਲਰੇਡੀ ਦੇਖ ਚੁੱਕੇ ਹੋ, C ਦੇ ਵਿੱਚ ਵੀ ਦੇਖਿਆ, ਜਾਵਾ ਦੇ ਵਿੱਚ ਵੀ ਦੇਖਿਆ। दैट इज कंडीशनल ऑपरेटर्स। ठीक है ना, जिथे एक कंडीशन के बेस पे ये दसिया जाता कि अगर कंडीशन ट्रू है देन उसका जो सेकंड पार्ट है वो एग्जीक्यूट हो जाएगा, एंड अगर कंडीशन फॉल्स है देन उसका थर्ड पार्ट एग्जीक्यूट हो जाएगा। ओके, सो दिस वाज इन ऑल जनरल about the various operators that you will see in the PHP code. Okay, after that is the operator precedence. Precedence की है राजे या precedence कह सकते हो तुसी, ठीक है, जितना मर्जी प्रोनाउंस कर लो इसको। pronunciation is not
that equivalent. प्रेसिडेंस का मतलब की है कि ਜਿਹੜੇ ਆਪਰੇਟਰਸ ਨੇ ओके अगर किसी स्टेटमेंट ਦੇ ਵਿੱਚ ਕਿਸੇ ਐਕਸਪ੍ਰੈਸ਼ਨ ਦੇ ਵਿੱਚ ਇੱਕ ਤੋਂ ਜ਼ਿਆਦਾ ਆਪਰੇਟਰਸ ਹੈਗੇ ਨੇ ਤਾਂ ਉਹ ਆਪਰੇਟਰਸ ਕਿਸ ਆਰਡਰ ਦੇ ਵਿੱਚ ਇਵੈਲੂਏਟ ਹੋਣਗੇ, ਕਿਸ ਆਰਡਰ ਦੇ ਵਿੱਚ ਅਸੀਂ ਉਹਨਾਂ ਨੂੰ ਸੋਲਵ ਕਰਾਂਗੇ। ਦੇਖੋ ਅਗਰ ਤਾਂ ਤੁਹਾਡੇ ਕਿਸੇ ਐਕਸਪ੍ਰੈਸ਼ਨ ਦੇ ਵਿੱਚ ਫॉर एग्जांपल इन दिस एक्सप्रेशन अगर ਆਪਰੇਟਰਸ ਜਿਵੇਂ ਇੱਥੇ ਪਲੱਸ ਤੇ ਮਾਈਨਸ ਨੇ ਤਾਂ ਇੱਥੇ ਕੋਈ ਦਿੱਕਤ ਨਹੀਂ ਹੈ। ਫॉर एग्जांपल ਇੱਥੇ ਵੀ ਅਗਰ ਮਾਈਨਸ ਤੇ ਪਲੱਸ ਹੈ ਤਾਂ ਕੋਈ ਦਿੱਕਤ ਨਹੀਂ ਹੈ, ਇੱਥੇ ਵੀ ਅਗਰ ਪਲੱਸ ਤੇ ਮਾਈਨਸ ਹੈ ਤਾਂ ਇੱਥੇ ਵੀ ਕੋਈ ਦਿੱਕਤ ਨਹੀਂ ਹੈ। ठीक है, कारण क्योंकि प्लस एंड माइनस विल हैव द सेम प्रेसिडेंस। ਤਾਂ ਤੁਸੀਂ ਚਾहे 1 + 2 + 3 करो या 3 - 4 ਪਹਿਲਾਂ ਕਰੋ, that doesn't matter at all। ਤਾਂ ਤਿੰਨਾਂ ਦਾ ਆਨਸਰ ਇੱਕੋ ਹੀ ਆਏਗਾ, that will be 7 ਇਹਨਾਂ ਤਿੰਨਾਂ ਸਟੇਟਮੈਂਟਸ ਦਾ। ਓਕੇ ਐਂਡ ਸਿਮਿਲਰਲੀ ਅਗਰ ਅਸੀਂ ਆਹ ਵਾਲੀਆਂ ਤਿੰਨ ਐਕਸਪ੍ਰੈਸ਼ਨਸ ਦੇਖੀਏ, these one ਅਗਰ ਇਹਨਾਂ ਨੂੰ ਅਸੀਂ ਦੇਖੀਏ ਤਾਂ ਇੱਥੇ ਸਾਡੇ ਕੋਲ ਕੀ ਹੋਏਗਾ, जो मल्टीप्लिकेशन है एंड जो डिवीजन है, ठीक है ना, मल्टीप्लिकेशन है एंड जो डिवीजन है इन्हां दी प्रेसिडेंस भी की हुंदी है, सेम हुंदी है। इत्थे भी कोई डिफरेंस नहीं है। सो इन्हां दा भी आंसर हमेशा की आएगा 7.5 आएगा तिन्ना स्टेटमेंट्स दा। ना प्रॉब्लम कित्थे आंदी है, प्रॉब्लम आंदी है जदों असीं इन्हां नूं मिक्स कर दिंदे, दैट मीनस मल्टीप्लिकेशन एंड प्लस या प्लस एंड डिवीजन, ठीक है, या मल्टीप्लिकेशन माइनस माइनस प्लस मल्टीप्लिकेशन। ओके जो इन्हां नूं असीं मिक्स कर दिंदे। सो अगर ऑपरेटर प्रेसिडेंस ना होवे तां इन्हां तिन्नां स्टेटमेंट्स दे तीन वक्खो वक्खे आंसर सानूं देखण नूं मिलणगे, जो कि पहली दा 25, दूसरी दा -29, तीसरी दा 12। ठीक है ना, क्योंकि मल्टीप्लिकेशन प्लस ते माइनस तो उपर लाई करदा प्रेसिडेंस टेबल दे विच, इस करके मल्टीप्लिकेशन पहला इवैल्यूएट होएगा एंड प्लस ते माइनस उदों बाद च इवैल्यूएट होगा, जिस करके इन्हां दा आंसर की हो जांदा सेम आंदा। ठीक है, सो ये हमेशा याद रखना। सो ਜਿਹੜੀਆਂ ਉੱਪਰ ਵਾਲੀਆਂ ਤਿੰਨ ਸਟੇਟਮੈਂਟਸ ਨੇ, ਅਸੀਂ ਆਹ ਵਾਲੀਆਂ ਤਿੰਨ ਸਟੇਟਮੈਂਟਸ ਨੇ, ਇਹਨਾਂ ਨੂੰ ਅਸੀਂ ਇਦਾਂ ਅਸਿਊਮ ਕਰ ਸਕਦੇ ਆ ਜਿਵੇਂ ਇਹਨਾਂ ਦੇ ਅਰਾਊਂਡ ਇਨਵਿਜ਼ੀਬਲ ਬ੍ਰੈਕਟਸ ਲੱਗੇ ਹੋਣ। ਇਨਵਿਜ਼ੀਬਲ ਬ੍ਰੈਕਟਸ ਕਿਵੇਂ, ਸੋ ਕਿੱਥੇ ਕਿੱਥੇ ਬ੍ਰੈਕਟਸ ਲੱਗੇ ਹੋ ਸਕਦੇ ਨੇ। ਲਾਈਕਵਾਈਜ਼ ਆਹ ਸਟੇਟਮੈਂਟਸ ਦੇਖੋ 4.8 ਦੇ ਵਿੱਚ ਇੱਥੇ 2 ਤੇ 3 ਦੇ ਅਰਾਊਂਡ ਬ੍ਰੈਕਟ ਹੋ ਸਕਦਾ, 4 ਤੇ 5 ਦੇ ਅਰਾਊਂਡ ਬ੍ਰੈਕਟ ਮੰਨ ਕੇ ਚੱਲਦੇ ਹਾਂ ਅਸੀਂ, ਕਿਉਂਕਿ ਮਲਟੀਪਲੀਕੇਸ਼ਨ ਹੈ ਦੋਨੇ, ਐਂਡ ਦੈਨ ਆ ਦੋਨੇ ਮਲਟੀਪਲੀਕੇਸ਼ਨ ਨੇ, दैट मींस ਇਸ ਦੇ ਅਰਾਊਂਡ ਬ੍ਰੈਕਟ ਹੋ ਸਕਦਾ, ਐਂਡ ਉਸ ਤੋਂ ਬਾਅਦ 1 * 3 दैट मींस ਇਹਨਾਂ ਦੇ ਅਰਾਊਂਡ ਬ੍ਰੈਕਟ ਹੋਏ। ਠੀਕ ਹੈ, ਉਸ ਤੋਂ ਬਾਅਦ ਇਸ ਨੂੰ ਆਪਾਂ ਪਹਿਲਾਂ ਮਲਟੀਪਲਾਈ ਕਰਾਂਗੇ। ਓਕੇ ਸੋ ਇਸ ਨੂੰ ਮਲਟੀਪਲਾਈ ਕਰਾਂਗੇ, ਫਿਰ ਸੋਲਵ ਕਰਾਂਗੇ ਬਾਕੀ ਦੀ ਸਟੇਟਮੈਂਟ, ਐਂਡ ਸੇਮ ਵਾਈਜ਼ ਇਹਨਾਂ ਨੂੰ ਮਲਟੀਪਲਾਈ ਕਰਾਂਗੇ, ਫਿਰ ਬਾਕੀ ਦੀ ਸਟੇਟਮੈਂਟ ਸੋਲਵ ਕਰਾਂਗੇ। ਓਕੇ ਉਸ ਤੋਂ ਬਾਅਦ ਫਿਰ ਸਾਨੂੰ ਕੋਈ ਮੈਟਰ ਨਹੀਂ ਕਰਦਾ ਹੈਗਾ ਕਿ ਪਲੱਸ ਕਰਨਾ ਹੈ ਮਾਈਨਸ ਕਰਨਾ ਹੈ, ਕਿਉਂਕਿ ਪਲੱਸ ਤੇ ਮਾਈਨਸ ਦੀ ਅਗੇਨ ਪ੍ਰੈਸੀਡੈਂਸ ਕੀ ਹੁੰਦੀ ਹੈ, ਸੇਮ ਹੁੰਦੀ ਹੈ। ਠੀਕ ਹੈ ਜੀ, ਸੋ ਇਦਾਂ ਦਾ ਆਪਣੇ ਕੋਲ ਸਟੇਟਮੈਂਟ ਆ ਜਾਏਗੀ। ਓਕੇ ਸੋ ਹੁਣ ਤੁਸੀਂ ਦੇਖੋਗੇ ਕਿ ਜਿਹੜਾ ਰਿਜ਼ਲਟ ਹੈ, ਜੋ फाइनल रिजल्ट है वो -13, -57 एंड 6 आ रहे हैं। ठीक है ना, हालांकि अगर प्रेसिडेंस ना होती तो इसका रिजल्ट की आना सी 25, -29 एंड 12। ठीक है, सो ये चीज याद रखनी। ओके उस तो बाद एक चीज और आ जाती है कि तुसी लैफ्ट टू राइट इवैल्यूएशन फोर्स करनी है, राइट टू लैफ्ट इवैल्यूएशन फोर्स करनी है, तुसी वो चीज़ां भी कर सकते हो। किवें कर सकते हो, बेसिकली ब्रैकेट लगाते जाओगे, जिन्ने पैरेंथेसिस लगाते जाओगे उन्ना ही जिहड़ा कह लईए आपां प्रेसिडेंस है वो पैरेंथेसिस ते लाई करती जाएगी। सो सब तो पहला इनर वाले पैरेंथेसिस, इनर वाले ब्रैकेट्स इवैल्यूएट होंगे, फिर आउटर वाले होंगे, फिर उस तो बाद जो कुछ रह गया वो इवैल्यूएट होएगा। ठीक है, तो फॉर एग्जांपल इत्थे जिवें हुण मान लो मेरा है तो नैगेटिव है ये, अगर मैं इत्थे ब्रैकेट ना लगांदा ਤਾਂ ਮੇਰੇ ਕੋਲ ਸਟੇਟਮੈਂਟ ਪਹਿਲਾਂ ਕੀ ਇਵੈਲੂਏਟ ਹੋਣੀ ਚਾਹੀਦੀ ਸੀ, ਮੇਰੇ ਕੋਲ ਆਹ ਵਾਲੀ ਸਟੇਟਮੈਂਟ ਇਵੈਲੂਏਟ ਹੋਣੀ ਚਾਹੀਦੀ ਸੀ। ਠੀਕ ਹੈ ਨਾ, ਹੁਣ ਮੈਂ ਕੀ ਕੀਤਾ, ਮੈਂ 2 - 4 ਦੇ ਅਰਾਊਂਡ ਬ੍ਰੈਕਟ ਲਗਾ ਦੇ। ਸੋ ਬ੍ਰੈਕਟ ਦੇ ਨਾਲ ਕੀ ਹੋਏਗਾ, ਇਹ ਮੇਰੀ ਸਟੇਟਮੈਂਟ ਪਹਿਲਾਂ ਇਵੈਲੂਏਟ ਹੋਏਗੀ, ਐਂਡ ਉਸ ਤੋਂ ਬਾਅਦ ਫਿਰ ਜੋ ਮੇਰਾ ਮਲਟੀਪਲੀਕੇਸ਼ਨ ਹੈ ਫਿਰ ਇਵੈਲੂਏਟ ਹੋਏਗਾ, ਦੈਨ ਫਾਈਨਲੀ ਵਿਲ ਬੀ ਦ ਪਲੱਸ ਪਾਰਟ। ਓਕੇ PHP ਦੇ ਵਿੱਚ ਪ੍ਰੈਸੀਡੈਂਸ ਅਗਰ ਦੇਖਿਆ ਜਾਵੇ ਤਾਂ ਹਾਈ ਟੂ ਲੋ ਕਿੱਦਾਂ ਹੁੰਦੀ ਹੈ। ਸੋ ਦਿਸ ਟੇਬਲ ਇਜ਼ ਵੈਰੀ ਵੈਰੀ ਇੰਪੋਰਟੈਂਟ। ਦੇਖੋ
हाँ जी, सो इस प्रेसिडेंस टेबल ਦੇ ਵਿੱਚ ਅਗਰ ਅਸੀਂ ਗੱਲ ਕਰੀਏ ਸੋ ਪ੍ਰੈਸੀਡੈਂਸ ਆਫ ਦਾ PHP ਆਪਰੇਟਰਸ ਕਿੱਦਾਂ ਕੰਮ ਕਰਦੀ ਹੈ ਹਾਈ ਟੂ ਲੋ। ਹਾਈ ਦੇ ਵਿੱਚ ਸਭ ਤੋਂ ਪਹਿਲਾਂ ਕੀ ਆ ਜਾਂਦਾ ਪੈਰੇਂਥੇਸਿਸ, ਦੈਨ ਉਸ ਤੋਂ ਬਾਅਦ ਇੰਕਰੀਮੈਂਟ ਐਂਡ ਡਿਕਰੀਮੈਂਟ ਆਪਰੇਟਰਸ, ਦੈਨ ਲੌਜੀਕਲ ਆਪਰੇਟਰਸ, ਓਕੇ, ਦੈਨ ਉਸ ਤੋਂ ਬਾਅਦ ਸਾਰੇ ਅਰਥਮੈਟਿਕ ਆਪਰੇਟਰਸ, ਸਾਰੇ ਨਹੀਂ ਬੇਸਿਕਲੀ 3 ਆਪਰੇਟਰਸ, ਮਲਟੀਪਲੀਕੇਸ਼ਨ, ਡਿਵੀਜ਼ਨ ਐਂਡ ਮੋਡੂਲਸ। ਦੇਖੋ ਅਗਰ ਤਿੰਨੇ ਇੱਕ ਲੈਵਲ ਤੇ ਰੱਖੇ ਹੋਏ ਨੇ ਦੈਟ ਮੀਨਸ ਉਹਨਾਂ ਦੀ ਪ੍ਰੈਸੀਡੈਂਸ ਸੇਮ, ਠੀਕ ਹੈ। ਦੈਨ ਉਹਨਾਂ ਦੀ ਐਸੋਸੀਏਟਿਵਿਟੀ ਦਾ ਫਰਕ ਪੈ ਸਕਦਾ, ਸੋ ਐਸੋਸੀਏਟਿਵਿਟੀ ਬਾਰੇ ਵੀ ਗੱਲ ਕਰਾਂਗੇ। ਉਸ ਤੋਂ ਬਾਅਦ ਹੈ ਸਾਡੇ ਕੋਲ ਪਲੱਸ ਮਾਈਨਸ ਤੇ ਕਨਕੈਟੀਨੇਸ਼ਨ, ਦੈਨ ਬਿਟਵਾਈਜ਼ ਆਪਰੇਟਰਸ, ਦੈਨ ਕੰਪੈਰੀਜ਼ਨ ਆਪਰੇਟਰ। ਕੰਪੈਰੀਜ਼ਨ ਦੇ ਵਿੱਚ ਵੀ ਕੁਝ ਆ ਜਾਂਦੇ ਆ ਲਾਈਕ ਗ੍ਰੇਟਰ ਦੈਨ, ਇਕੁਅਲ ਟੂ, ਲੈਸ ਦੈਨ, ਇਕੁਅਲ ਟੂ, ਨਾਟ ਇਕੁਅਲ ਟੂ, ਠੀਕ ਹੈ। ਸੋ ਇਹ ਵਾਲੇ ਆਪਰੇਟਰਸ ਆ ਜਾਂਦੇ ਆ। ਦੈਨ ਕੰਪੈਰੀਜ਼ਨ ਦੇ ਵਿੱਚ ਆ ਜਾਂਦੇ ਆ ਆਪਣੇ ਕੋਲ ਡਬਲ ਇਕੁਅਲ ਟੂ, ਨਾਟ ਇਕੁਅਲ ਟੂ। ਸੋ ਬੇਸਿਕਲੀ ਆ ਦੇਖ ਲਓ ਦੋ ਸਾਈਨਸ ਨਾਟ ਇਕੁਅਲ ਟੂ ਦੇ ਦੋ ਸਾਈਨ ਨੇ, ਇੱਕ ਆ ਵਾਲਾ ਸਾਈਨ ਹੈ, ਇੱਕ ਆ ਵਾਲਾ ਸਾਈਨ ਹੈ, तो दोनों की प्रेसिडेंस का फर्क है। देन आइडेंटिटी चेक, सो दिस इज आइडेंटिटी चेक। ये आइडेंटिटी चेक बेसिकली की है डबल इक्वल टू की अगर गल करते हैं तो डबल इक्वल टू का जस्ट एक वैल्यू नु कंपेयर करता है। एंड ट्रिपल इक्वल टू की चेक करता है, ट्रिपल इक्वल टू वैल्यू के नाल नाल ये भी चेक करता कि ਜਿਹੜੇ दो वेरिएबल्स ਅਸੀਂ कंपेयर कर रहे हैं कि वो सेम डेटा टाइप दे है, फॉर एग्जांपल स्ट्रिंग है, ठीक है, या नंबर है, ठीक है ना, वो आइडेंटिटी भी चेक करता, ओके। एंड सेम वाइज आपने को देन आइडेंटिटी नॉट इक्वल टू आ गया, ठीक है। उस तो बाद नीचे आ जाते हैं जी बिटवाइज एंड ऑपरेटर्स, बिटवाइज, ठीक है, एक्सक्लूसिव और, देन उस तो बाद और, देन लॉजिकल एंड, देन और, देन टर्नरी ऑपरेटर, एंड उस तो बाद जिन्ने भी असाइनमेंट ऑपरेटर्स ने सारे, एंड उस तो बाद एंड, एक्सॉर ते और, ठीक है। सो ये सारे अपने को क्या आ जाते हैं प्रेसिडेंस आ जाती है। सो प्रेसिडेंस का टेबल एक बारी ਤੁਹਾਨੂੰ ਪਤਾ ਹੋਵੇ ਨਾ ਤਾਂ ਤੁਹਾਨੂੰ ਐਕਸਪ੍ਰੈਸ਼ਨਸ ਇਵੈਲੂਏਟ ਕਰਨੀਆਂ ਸੌਖੀਆਂ ਰਹਿੰਦੀਆਂ। ਉਸ ਤੋਂ ਬਾਅਦ ਐਸੋਸੀਏਟਿਵਿਟੀ ਬਾਰੇ ਗੱਲ ਕਰਦੇ ਹਾਂ। Now we have been looking at the processing expressions from left to right except where the operator precedence is in effect, but some operators require processing from right to left and this direction of processing is called the operator's associativity। देखो ਹੁਣ ਤੱਕ ਅਸੀਂ ਐਕਸਪ੍ਰੈਸ਼ਨ ਉੱਪਰ ਦੇਖ ਚੁੱਕੇ ਹਾਂ। ਉੱਪਰ ਵਾਲੀ ਐਕਸਪ੍ਰੈਸ਼ਨਸ ਦੇ ਵਿੱਚ ਅਸੀਂ ਪ੍ਰੈਸੀਡੈਂਸ ਬਾਰੇ ਸਾਰੀ ਗੱਲ ਕਰ ਲਈ ਹੈ, ਪ੍ਰੈਸੀਡੈਂਸ ਬਾਰੇ ਗੱਲ ਕਰ ਚੁੱਕੇ ਹਾਂ। एंड उस तो बाद ਅਸੀਂ ਲੈਫਟ ਟੂ ਰਾਈਟ ਇਵੈਲੂਏਟ ਕਰ ਰਹੇ ਹਾਂ, ਰਾਈਟ ਟੂ ਲੈਫਟ ਨਹੀਂ ਅਸੀਂ ਇਵੈਲੂਏਟ ਕੀਤਾ। ਬਟ ਕਿਸੇ ਆਪਰੇਟਰਸ ਦੇ ਕੇਸ ਦੇ ਵਿੱਚ ਇਹ ਹੋ ਸਕਦਾ ਕਿ ਰਾਈਟ ਟੂ ਲੈਫਟ ਵੀ ਇਵੈਲੂਏਟ ਕਰਨਾ ਪਵੇ ਤੇ ਉੱਥੇ ਸਾਡੇ ਕੋਲ ਕੀ ਚੀਜ਼ ਆਉਂਦੀ ਹੈ ਐਸੋਸੀਏਟਿਵਿਟੀ ਆਉਂਦੀ ਹੈ, ਠੀਕ ਹੈ ਨਾ। ਸੋ ਐਸੋਸੀਏਟਿਵ ਬਿਕੇਮਸ ਇੰਪੋਰਟੈਂਟ ਇਨ ਦ ਕੇਸ ਇਨ ਵਿਚ ਯੂ ਡੂ ਨਾਟ ਐਕਸਪਲਿਸਿਟਲੀ ਫੋਰਸ ਦ ਪ੍ਰੈਸੀਡੈਂਸ, ਸੋ ਯੂ ਨੀਡ ਟੂ ਬੀ ਅਵੇਅਰ ਆਫ ਦ ਡਿਫਾਲਟ ਐਕਸ਼ਨ ਆਫ ਦ ਆਪਰੇਟਰਸ। ਸੋ ਐਸੋਸੀਏਟਿਵਿਟੀ ਬੇਸਿਕਲੀ ਉੱਥੇ ਕੰਮ ਆਉਂਦੀ ਹੈ ਜਿੱਥੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਬੇਸਿਕਲੀ ਕਿ ਜਿਹੜਾ ਡਿਫਾਲਟ ਐਕਸ਼ਨ ਹੈ, ठीक है, एक एक्सप्रैशन ਨੂੰ ਸੋਲਵ ਕਰਨ ਦੇ ਲਈ ਡਿਫਾਲਟ ਜਿਹੜੇ ਮੈਥਡ ਨੇ ਉਹ ਕੀ ਚੱਲਣਗੇ, ਠੀਕ ਹੈ ਨਾ, ਕਿੱਦਾਂ ਦੇ ਮੈਥਡ ਚੱਲਣਗੇ। ਸੋ ਆਪਰੇਟਰ ਐਸੋਸੀਏਟਿਵਿਟੀ ਦੀ ਅਗਰ ਗੱਲ ਕਰੀਏ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਫॉर एग्जांपल ਕਲੋਨ ਨਿਊ ਜਿਹੜਾ ਆਪਰੇਟਰ ਹੈ ਉਹਦੀ ਕੋਈ ਐਸੋਸੀਏਟਿਵਿਟੀ ਨਹੀਂ ਹੁੰਦੀ, ਕੰਪੈਰੀਜ਼ਨ ਦੀ ਕੋਈ ਨਹੀਂ ਹੁੰਦੀ। ਦੈਨ ਲੌਜੀਕਲ ਨੋਟ ਹੈ, ਇਸ ਦੀ ਰਾਈਟ ਐਸੋਸੀਏਟਿਵਿਟੀ ਹੈ, ਇਸ ਦੀ ਵੀ ਰਾਈਟ ਹੈ, ਬਿਟਵਾਈਜ਼ ਨੋਟ ਦੀ, ਇਨਕਰੀਮੈਂਟ ਡਿਕਰੀਮੈਂਟ ਦੀ ਵੀ ਰਾਈਟ ਐਸੋਸੀਏਟਿਵਿਟੀ ਹੈ, ਠੀਕ ਹੈ ਨਾ। ਦੈਨ ਉਸ ਤੋਂ ਬਾਅਦ ਬਾਕੀ ਸਾਰੇ ਆਪਰੇਟਰਸ ਇਹ ਜਿਹੜੇ ਹੈਗੇ ਨੀਚੇ ਵਾਲੇ ਨੇ ਸਾਰੇ ਇਹਨਾਂ ਦੀ ਲੈਫਟ ਹੈ। ਸੋ ਇਹਦੇ ਨਾਲ ਐਗਜ਼ਾਮਪਲ ਦੇ ਨਾਲ ਗੱਲ ਕਰਦੇ ਹਾਂ ਆਪਾਂ ਵੀ ਇਹਦਾ ਲੈਫਟ ਤੇ ਰਾਈਟ ਦਾ ਮਤਲਬ ਕੀ ਹੈ, ਠੀਕ ਹੈ। ਨਾਓ ਇੱਥੇ ਦੇਖੋ ਹੁਣ ਮਲਟੀਪਲ ਅਸਾਈਨਮੈਂਟ ਸਟੇਟਮੈਂਟ ਹੈ, ਠੀਕ ਹੈ। ਸੋ ਮੈਂ ਇੱਥੇ ਕੀਤਾ ਹੁਣ ਅਗਰ ਆਪਾਂ ਇੱਥੇ ਗੱਲ ਕਰੀਏ ਤਾਂ ਬਟ ਕਾਮਨ ਸੈਂਸ ਹੈ ਕਿ ਇੱਥੇ ਚੀਜ਼ਾਂ ਕਿਵੇਂ ਇਵੈਲੂਏਟ ਹੋਣਗੀਆਂ। ਇੱਥੇ ਚੀਜ਼ਾਂ ਹਮੇਸ਼ਾ ਰਾਈਟ ਤੋਂ ਚੱਲਣਗੀਆਂ। ਰਾਈਟ ਤੋਂ ਮਤਲਬ 0 ਦੀ ਵੈਲਿਊ ਟਾਈਮ ਨੂੰ ਮਿਲ ਗਈ, ਜੋ ਇਸ ਦੀ ਵੈਲਿਊ ਬਣੀ ਦੈਟ ਮੀਨਸ 0 ਉਹ ਸਕੋਰ ਨੂੰ ਮਿਲ ਗਈ, फिर जी वैल्यू बनी वो भी की बन गई 0, वो किस नू मिल गई लैवल नू मिल गई। यानी सारियां चीज़ां किधर नू चल रही ने राइट तो लैके लैफ्ट नू मूव कर रही। सो अगर आप ऊपर देखिए कि जिहड़ा ये किहड़ा ऑपरेटर है साडा असाइनमेंट ऑपरेटर है, ठीक है ना, असीं इस दे नाल वैल्यू साइन करते हैं। सो असाइनमेंट ऑपरेटर जो है साडा दैट इज दिस ऑपरेटर, इसकी एसोसिएटिविटी की है राइट, यानी ये हमेशा किधरों चलेगा राइट तो चलेगा लैफ्ट वाल, ठीक है। सो ये इसका मतलब सो ये ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਵੇਰੀਏਬਲਸ ਰਾਈਟ ਟੂ ਲੈਫਟ ਹੈ ਜਾਂ ਲੈਫਟ ਟੂ ਰਾਈਟ ਮੂਵ ਕਰਦੇ, ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲ ਗੱਲ ਆਉਂਦੀ ਹੈ ਜੀ ਰਿਲੇਸ਼ਨਲ ਆਪਰੇਟਰਸ। ਰਿਲੇਸ਼ਨਲ ਆਪਰੇਟਰਸ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਸਾਡੇ ਕੋਲ ਹਮੇਸ਼ਾ ਇੱਕੋ ਹੀ ਰਿਜ਼ਲਟ ਆਏਗਾ ਦੈਟ ਇਜ਼ ਬੂਲੀਅਨ ਰਿਜ਼ਲਟ। ਐਂਡ ਉਹਨਾਂ ਚੋਂ ਦੋ ਵੈਲਿਊਜ਼ ਹੋ ਸਕਦੀਆਂ, ਜਾਂ ਤਾਂ ਉਹ ਟਰੂ ਹੋ ਸਕਦਾ ਜਾਂ ਉਹ ਫਾਲਸ ਹੋ ਸਕਦਾ। ਕਦੇ ਵੀ 1.5 2.5 3.5 ਰਿਜ਼ਲਟ ਨਹੀਂ ਹੋ ਸਕਦਾ, ਜਾਂ ਤਾਂ 0 ਹੋਏਗਾ ਜਾਂ 1 ਹੋਏਗਾ, ਜਾਂ ਫਾਲਸ ਹੋਏਗਾ ਜਾਂ ਟਰੂ ਹੋਏਗਾ। एंड PHP ਦੀ ਲੈਂਗੁਏਜ ਦੇ ਵਿੱਚ ਜਾਂ ਤਾਂ 1 ਹੋਏਗਾ ਜਾਂ ਖਾਲੀ ਹੋਏਗਾ, ਕਿਉਂਕਿ ਫਾਲਸ ਦੀ ਵੈਲਿਊ PHP ਕੀ ਡਿਸਪਲੇ ਕਰਦੀ ਹੈ ਐਮਪਟੀ, ਠੀਕ ਹੈ। ਸੋ
ਇਸ ਦੇ ਵਿੱਚ ਆਪਾਂ ਗੱਲ ਕਰ ਲੈਂਦੇ ਹਾਂ। ਸੋ ਫॉर एग्जांपल ਜਿਵੇਂ ਮੰਥ ਇੱਕ ਐਗਜ਼ਾਮਪਲ ਦੇ ਵਿੱਚ ਹੈ, ਮੰਥ ਵੇਰੀਏਬਲ ਦੇ ਵਿੱਚ ਅਸੀਂ ਮਾਰਚ ਸਟੋਰ ਕਰ ਲਿਆ, ਮਾਰਚ ਇਜ਼ ਅ ਸਟ੍ਰਿੰਗ। ਅਸੀਂ ਚੈੱਕ ਕਰਕੇ ਦੇਖ ਰਹੇ ਹਾਂ ਕਿ ਮੰਥ ਦੀ ਜਿਹੜੀ ਸਟ੍ਰਿੰਗ ਹੈ is it equal to ਮਾਰਚ। ਅਗਰ ਇਹ ਮਾਰਚ ਦੇ ਬਰਾਬਰ ਹੈ ਤਾਂ ਇਟਸ ਸਪ੍ਰਿੰਗ ਟਾਈਮ, ਕੁਝ ਵੀ ਤੁਸੀਂ ਡਿਸਪਲੇ ਕਰ ਲਓ, ਠੀਕ ਹੈ। ਸੋ दैट इज ਇਕੁਐਲਿਟੀ ਚੈੱਕ, ਤੁਸੀਂ ਇਕੁਐਲਿਟੀ ਲਈ ਚੈੱਕ ਕਰ ਰਹੇ ਹੋ, ਓਕੇ। ਉਸ ਤੋਂ ਬਾਅਦ ਨੈਕਸਟ ਆ ਜਾਂਦਾ ਆਈਡੈਂਟੀਟੀ ਚੈੱਕ। ਫॉर एग्जांपल ਜਿਹੜੀ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ, ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਕਿ ਜਿਹੜਾ ਡਾਲਰ A ਹੈ ਇਸ ਦੇ ਵਿੱਚ ਅਸੀਂ 1000 ਸਟੋਰ ਕਰ ਲਿਆ, ਡਾਲਰ B ਹੈ ਜੋ ਉਸ ਦੇ ਵਿੱਚ ਅਸੀਂ +1000 ਸਟੋਰ ਕਰ ਲਿਆ। ਨਾਓ A is equals to ਡਾਲਰ B। ਹੁਣ ਅਸੀਂ ਇਹ ਚੈੱਕ ਕਰਨਾ, ਮਤਲਬ ਦੇਖੋ ਦੋਨਾਂ ਦੇ ਵਿੱਚ 1000 and 1000 ਸਟੋਰ ਹੈ, ਠੀਕ ਹੈ ਨਾ। ਸੋ ਅਗਰ ਤੁਸੀਂ ਐਗਜ਼ਾਮਪਲ ਰਨ ਕਰ ਦਿਓ ਤਾਂ you will see that outputs the number 1, which means the first if statement is evaluated to true, ठीक है ना। मतलब आउटपुट ਦੇ ਵਿੱਚ ਕੀ ਆਏਗਾ, ਸਿਰਫ 1 ਲਿਖਿਆ ਆਏਗਾ, 2 ਨਹੀਂ ਆਏਗਾ। ਨਾउ 2 ਕਿਉਂ ਨਹੀਂ ਆਏਗਾ, ਕਿਉਂਕਿ 1 ਇਸ ਕਰਕੇ ਆਏਗਾ ਕਿਉਂਕਿ 1 ਦੇ ਕੇਸ ਦੇ ਵਿੱਚ ਅਸੀਂ ਸਿਰਫ ਉਸ ਦੀ ਵੈਲਿਊ ਚੈੱਕ ਕਰ ਰਹੇ ਹਾਂ, ਯਾਨੀ 1000 and 1000 ਚੈੱਕ ਕਰ ਰਹੇ ਹਾਂ। ਸੋ 1000 equals to 1000, ਇਹ ਤਾਂ ਟਰੂ ਹੋ ਜਾਏਗਾ, ਤਾਂ ਉੱਥੇ ਸਾਡੇ ਕੋਲ ਕੀ ਹੋ ਜਾਏਗਾ, ਇਫ ਸਟੇਟਮੈਂਟ ਚੱਲ ਜਾਏਗੀ। ਇਫ ਸਟੇਟਮੈਂਟ ਚੱਲਣ ਦੇ ਨਾਲ ਸਾਡੇ ਕੋਲ ਕੀ ਪ੍ਰਿੰਟ ਹੋ ਜਾਏਗਾ, 1 ਪ੍ਰਿੰਟ ਹੋ ਜਾਏਗਾ। ਬਟ ਜਦੋਂ ਅਸੀਂ ਟ੍ਰਿਪਲ ਇਕੁਅਲ ਟੂ ਯੂਜ਼ ਕਰ ਲੈਂਦੇ ਹਾਂ, ਯਾਨੀ ਆਈਡੈਂਟੀਟੀ ਆਪਰੇਟਰ ਯੂਜ਼ ਕਰਦੇ ਹਾਂ, ਤਾਂ ਆਈਡੈਂਟੀਟੀ ਆਪਰੇਟਰ ਦੇ ਕੇਸ ਦੇ ਵਿੱਚ ਇਹ ਇਸ ਦੇ ਪੋਜ਼ਿਟਿਵ ਤੇ ਨੈਗੇਟਿਵ ਨੂੰ ਵੀ ਚੈੱਕ ਕਰਨ ਲੱਗ ਜਾਏਗਾ, ਠੀਕ ਹੈ। ਸੋ ਇਹਦੀ ਐਕਸਪਲੇਨੇਸ਼ਨ ਨੀਚੇ ਦੇਖ ਸਕਦੇ ਹੋ ਕਿ ਇਨ ਕੰਟਰਾਸਟ ਦ ਸੈਕੰਡ ਇਫ ਸਟੇਟਮੈਂਟ ਯੂਜ਼ਸ ਦ ਆਈਡੈਂਟੀਟੀ ਆਪਰੇਟਰ 3 equal sign in a row which prevents PHP from automatically converting the types. $A and $B are therefore compared as strings and are found to be different, so nothing is out. ਹੁਣ ਦੇਖੋ ਦੋਨੇ ਸਟ੍ਰਿੰਗਸ ਨੇ, ਠੀਕ ਹੈ ਨਾ, ਦੋਨੇ ਸਟ੍ਰਿੰਗ ਨੇ। ਨਾउ ਸਟ੍ਰਿੰਗ ਦੇ ਵਿੱਚ ਮੈਂ ਪਲੱਸ ਮੂਰੇ ਪਾਤਾ ਤੇ ਇੱਥੇ ਪਲੱਸ ਲਗਾਇਆ ਨਹੀਂ, ਤਾਂ ਬਹੁਤ ਡਿਫਰੈਂਸ ਹੈ, ਠੀਕ ਹੈ ਨਾ, ਇਹ ਬਹੁਤ ਡਿਫਰੈਂਸ ਹੈ। ਡਬਲ ਇਕੁਅਲ ਟੂ ਤਾਂ ਕੀ ਕਰਦਾ, ਡਬਲ ਇਕੁਅਲ ਟੂ ਤਾਂ ਇਹਨੂੰ ਇਗਨੋਰ ਕਰ ਦਿੰਦਾ, ਠੀਕ ਹੈ। ਡਬਲ ਇਕੁਅਲ ਟੂ ਕੀ ਕਰਦਾ, ਡਬਲ ਇਕੁਅਲ ਤਾਂ ਇਹਨੂੰ ਕੀ ਕਰ ਦਿੰਦਾ ਹੈ, ਕਨਵਰਟ ਕਰ ਦਿੰਦਾ ਨੰਬਰ ਟਾਈਪ ਚ। ਜਦੋਂ ਕੰਪੈਰੀਜ਼ਨ ਕਰਨਾ ਤਾਂ ਇਹਨੂੰ ਨੰਬਰ ਚ ਕਨਵਰਟ ਕਰ ਲੈਂਦਾ, ਤਾਂ ਉੱਥੇ ਫਿਰ ਪਲੱਸ ਦਾ ਜਿਹੜਾ ਸਾਈਨ ਹੈ ਉਹ ਇੰਨਾ ਮਾਇਨੇ ਨਹੀਂ ਰੱਖਦਾ। ਬਟ ਆਈਡੈਂਟੀਟੀ ਚੈੱਕ ਕੀ ਕਰ ਰਿਹਾ, ਆਈਡੈਂਟੀਟੀ ਚੈੱਕ ਇਸ ਨੂੰ ਕਨਵਰਟ ਨਹੀਂ ਕਰਨ ਦੇ ਰਿਹਾ ਤੇ ਇਸ ਨੂੰ ਐਜ਼ ਇਟ ਇਜ਼ ਜਿਹੜੀ ਫਾਰਮ ਦੇ ਵਿੱਚ ਇਹ ਹੈ, ਯਾਨੀ ਸਟ੍ਰਿੰਗ ਦੇ ਵਿੱਚ ਹੈ, ਤਾਂ ਸਟ੍ਰਿੰਗ ਦੇ ਵਿੱਚ ਇਹ ਇਸ ਨੂੰ ਕੰਪੇਅਰ ਕਰ ਰਿਹਾ, ਠੀਕ ਹੈ। ਤਾਂ ਉੱਥੇ ਜਿਹੜਾ ਪਲੱਸ ਦਾ ਸਾਈਨ ਹੈ ਉਹ ਉੱਥੇ ਥੋੜਾ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰ ਗਿਆ, ਐਂਡ ਇਸ ਕਰਕੇ ਉਹ ਸਟੇਟਮੈਂਟ ਸਾਡੇ ਕੋਲ ਕੀ ਹੋਗੀ, ਫਾਲਸ ਹੋਗੀ, ਕਿਉਂਕਿ ਸਟ੍ਰਿੰਗ ਇੱਕ ਸਟ੍ਰਿੰਗ ਦੇ ਵਿੱਚ ਪਲੱਸ ਹੈ, ਇੱਕ ਸਟ੍ਰਿੰਗ ਦੇ ਵਿੱਚ ਪਲੱਸ ਨਹੀਂ ਹੈ, ਠੀਕ ਹੈ। ਸੋ ਇਸ ਕਰਕੇ ਸਾਡੇ ਕੋਲ 2 ਜਿਹੜਾ ਹੈ ਉਹ ਪ੍ਰਿੰਟ ਨਹੀਂ ਹੋਇਆ। ਤਾਂ ਪਲੀਜ਼ ਯਾਦ ਰੱਖਣਾ, ਕਈ ਵਾਰ ਕੋਡ ਇਦਾਂ ਦਾ ਆ ਜਾਂਦਾ ਜਿੱਥੇ ਡਬਲ ਇਕੁਅਲ ਟੂ ਦੀ ਜਗ੍ਹਾ ਟ੍ਰਿਪਲ ਇਕੁਅਲ ਟੂ ਲਿਖਿਆ ਹੁੰਦਾ, ਤਾਂ ਉਹਨੂੰ ਤੁਸੀਂ ਉਦਾਂ ਇਵੈਲੂਏਟ ਕਰਨਾ ਹੈ, ਯਾਨੀ ਉਸ ਦੇ ਵਿੱਚ ਧਿਆਨ ਰੱਖਣਾ ਕਿ ਉਸ ਦੇ ਵਿੱਚ ਆਈਡੈਂਟੀਟੀ ਵੀ ਚੈੱਕ ਹੋ ਰਹੀ ਹੈ, ਠੀਕ ਹੈ। ਸੋ ਇਦਾਂ ਹੀ ਨਾਟ ਇਕੁਅਲ ਟੂ ਵਾਲਾ ਵੀ ਚੱਲੇਗਾ, ਠੀਕ ਹੈ, ਨਾਟ ਇਕੁਅਲ ਟੂ ਵਾਲਾ ਉਸ ਦੇ ਰਿਵਰਸ ਚੱਲੇਗਾ। then comparison operator, comparison different comparison ਤੁਸੀਂ ਕਰ ਸਕਦੇ ਹੋ, greater than, less than, greater than equal to, less than equal to, but please symbols याद रखियो कि कितना लगाने ने, okay, that is more important, और इससे भी ज्यादा कुछ नहीं है। लॉजिकल ऑपरेटर्स, लॉजिकल ऑपरेटर्स की गल करिए तो साडे कोल एंड, और, XOR, नॉट, ये सारे लॉजिकल ऑपरेटर्स एग्जिस्ट करते हैं, ओके। सो एंड दे विच सानू पता है कि अगर दोनों ऑपरेंड साडे ट्रू होणगे तो आंसर यस होएगा, और दे विच अगर एक भी ऑपरेंड ट्रू है तो आंसर ट्रू होएगा। XOR दे विच अगर वन ऑफ द टू ऑपरेंड, ठीक है ना, इज ट्रू देन ट्रू होएगा। देन अगर नॉट है अपने को, ठीक है ना, तो नॉट दे विच तुहानू पता है कि जो वैल्यू मिली हुई है उसनू की कर देगा, वो रिवर्स कर देगा, ठीक है। एंड दे विच एक चीज हमेशा याद रखनी है कि एंड दे विच अगर पहली एक्सप्रैशन ही फॉल्स हो जाती है तो दूसरी एक्सप्रैशन कदे भी इवैल्यूएट नहीं होएगी। और दे विच की होएगा, और दे विच डेफिनेटली इवैल्यूएट होएगी सेकंड एक्सप्रैशन, बट एंड दे केस दे विच अगर पहली एक्सप्रैशन गलत हो जाती है तो दूसरी एक्सप्रैशन इवैल्यूएट नहीं होएगी। सो प्लीज याद रखो, ओके। सो इसनू तुसीं यूज कर सकते हो। उस तो बाद इदा वाले सिंबल यूज करने हैं, तुसीं आह वाले सिंबल भी यूज कर सकते हो। दैन वर्टिकल लाइंस लगा के, 2 वर्टिकल लाइंस लगा के करना है, तुसीं वो भी कर सकते हो, अप टू यू, ठीक है, दैट इज प्योरली अप टू यू। सो आप कॉम्बिनेशन ने एंड और एक्सॉर दे ट्रुथ टेबल बने हुए ने, तुसीं पहला ऑलरेडी बेसिक इन इलैक्ट्रॉनिक्स दे विच ये चीज़ां पढ़ चुके हो, ओके। एंड उस तो बाद डिजिटल दे विच भी ये चीज़ां कर चुके होंगे, तो तुहानू इस चीज़ दे बारे आई थिंक आइडिया होएगा। सो वही चीज़ां इत्थे फंडा सारे वही चल रहे। दैन कम्स द कंडीशनल स्टेटमेंट्स। सो कंडीशनल स्टेटमेंट्स मतलब की हुंदियां ने, वो स्टेटमेंट्स जिहड़ियां कंडीशन दे बेस ते चलदियां ने, जिन्हां च इफ एल्स
and switch statements. So importantly cover होनी है. If else statement, every one of you every one of you might be aware from this fact कि if statements जो है वो काफी important role play करदियां ने ਜਦੋਂ ਅਸੀਂ कोई भी सिलेक्शन बनानी है कंडीशन बेस्ड अगर सिलेक्शन करनी है तो ਉੱਥੇ if statements काफी मेजर रोल प्ले करਦੀਆਂ. ठीक है, सो लिखना किवें है, बस लिखਣ ਦਾ ਸਟਰਕਚਰ ਦੇਖ ਲਓ. ਇਸ ਦੇ ਵਿੱਚ if then bracket parenthesis ਦੇ ਵਿੱਚ ਤੁਸੀਂ ਸਟੇਟਮੈਂਟ ਲਿਖੋਗੇ जो भी कंपैरिजन करना एंड इनसाइड द करली ब्रैकेट्स ਤੁਸੀਂ जो कंटेंट है वो लिखोगे. अगर ਤੁਸੀਂ if ਤੋਂ ਬਾਅਦ ਸਿਰਫ ਇੱਕੋ ਹੀ ਲਾਈਨ ਯੂਜ਼ ਕਰ ਰਹੇ ਹੋ, if you are using only a single line after if block ਤਾਂ ਤੁਹਾਨੂੰ ਕਰਲੀ ਬ੍ਰੇਸਿਸ ਲਗਾਉਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਸਕਿਪ ਵੀ ਕਰ ਸਕਦੇ ਹੋ. ਠੀਕ ਹੈ, then comes the else part. देखो else ਉਦੋਂ ਹੀ ਲੱਗੇਗਾ ਜਦੋਂ ਕੋਈ if statement already है, बिना if ਤੋਂ else ਤੁਸੀਂ यूज नहीं कर सकते. ठीक है ना, so if else ਦਾ लॉजिक ਤੁਹਾਨੂੰ ਪਤਾ ਹੀ ਹੈ ਕਿ अगर if ਦੀ statement true ਹੋ ਜਾਂਦੀ ਹੈ ਤਾਂ if ਵਾਲਾ ਕੋਡ ਚੱਲੇਗਾ, अगर else अवेलेबल है ਤਾਂ अगर if गलत हो ਜਾਂਦੀ ਹੈ ਤਾਂ else ਵਾਲਾ ਕੋਡ ਚੱਲੇਗਾ. ਐਂਡ ਉਸ ਤੋਂ ਬਾਅਦ if else if ਕਿਦਾਂ ਲਿਖਣਾ ਹੈ ਤੁਸੀਂ ਆਹ ਦੇਖ ਸਕਦੇ ਹੋ ਉੱਥੇ else if ਨਾਲ ਹੀ ਲਿਖਣਾ ਬਿਲਕੁਲ. ਐਂਡ ਉਸ ਤੋਂ ਬਾਅਦ ਫਿਰ if ਦੇ ਵਿੱਚ ਜੋ ਕੰਡੀਸ਼ਨ ਦਿੱਤੀ ਹੈ ਉਸ ਤੋਂ ਅਲੱਗ ਹਟ ਕੇ ਕੰਡੀਸ਼ਨ ਦੇਣੀ ਚਾਹੁੰਦੇ ਹੋ ਤਾਂ else if ਚ ਦੇ ਸਕਦੇ ਹੋ. ਦੈਨ ਉਸ ਤੋਂ ਬਾਅਦ ਫਾਈਨਲੀ else ਦੇ ਸਕਦੇ ਹੋ. ਸੋ ਦਿਸ ਇਜ਼ if else. ਐਂਡ ਉਸ ਤੋਂ ਬਾਅਦ ਇਸ ਦੇ ਅੰਦਰ ਨੈਸਟਿੰਗ ਕਰਨੀ ਹੈ ਉਹ ਤੁਸੀਂ ਜਿਵੇਂ ਮਰਜ਼ੀ ਕਰੋ, that is not a problem, that is also allowed in PHP. ਐਂਡ ਉਸ ਤੋਂ ਬਾਅਦ ਸਵਿਚ ਸਟੇਟਮੈਂਟ ਰਦੇ ਜਦੋਂ ਤੁਸੀਂ if else ਦਾ ਜਿਹੜਾ ਸਟਰਕਚਰ ਹੈ ਤੁਹਾਡਾ ਜ਼ਿਆਦਾ ਵੱਡਾ ਹੋ ਜਾਂਦਾ ਹੈ ਤਾਂ ਤੁਸੀਂ ਸਵਿਚ ਸਟੇਟਮੈਂਟ ਯੂਜ਼ ਕਰ ਸਕਦੇ ਹੋ. ਸਵਿਚ ਦੇ ਕੇਸ ਦੇ ਵਿੱਚ ਕੀ ਕਰਨਾ ਹੈ, ਅਗੇਨ ਸਵਿਚ ਦੇ ਕੇਸ ਦੇ ਵਿੱਚ ਤੁਸੀਂ ਵੇਰੀਏਬਲ ਪਾਸ ਕਰੋਗੇ ਜਿੱਦਾਂ ਆਪਾਂ C and C++ ਦੇ ਵਿੱਚ ਕਰਦੇ ਹਾਂ. ਤਾਂ ਵੇਰੀਏਬਲ ਪਾਸ ਕਰਕੇ ਉਸ ਤੋਂ ਬਾਅਦ ਕੇਸਿਸ ਬਣਾਓਗੇ. ਕੇਸ ਨੰਬਰ 1, ठीक है, अगर ਤਾਂ ਇਹ ਵੇਰੀਏਬਲ ਨੁਮੈਰਿਕ ਹੈ ਤਾਂ ਇੱਥੇ ਤੁਸੀਂ ਕੇਸ ਨੰਬਰ 1 2 3 ਲਿਖ ਸਕਦੇ ਹੋ. ਅਗਰ ਇਹ ਸਟ੍ਰਿੰਗ ਹੈ ਤਾਂ ਤੁਸੀਂ ਇਦਾਂ ਬ੍ਰੈਕਟ ਦੇ ਵਿੱਚ ਸਟ੍ਰਿੰਗ ਪਾਸ ਕਰ ਸਕਦੇ ਹੋ ਇਨਵਰਟਡ ਕਾਮਾਸ ਦੇ ਵਿੱਚ. ਠੀਕ ਹੈ ਨਾ, ਇਦਾਂ ਤੁਸੀਂ ਸਟ੍ਰਿੰਗ ਪਾਸ ਕਰ ਸਕਦੇ ਹੋ. ਦੈਨ ਕੋਲਨ, ਉਸ ਤੋਂ ਬਾਅਦ ਕੋਈ ਵੀ ਸਟੇਟਮੈਂਟ ਪ੍ਰਿੰਟ ਕਰਾਣੀ ਹੈ ਉਹ ਲਿਖੋ ਜਾਂ ਕੋਈ ਵੀ ਐਕਸਪ੍ਰੈਸ਼ਨ ਇਵੈਲੂਏਟ ਕਰਨੀ ਹੈ, ਕੁਝ ਵੀ ਕਰਨਾ ਹੈ ਤਾਂ ਤੁਸੀਂ ਇੱਥੇ ਲਿਖ ਸਕਦੇ ਹੋ. ਦੈਨ ਬ੍ਰੇਕ ਸਟੇਟਮੈਂਟ. ਉਸ ਤੋਂ ਬਾਅਦ ਫਾਈਨਲੀ ਲਾਸਟ ਦੇ ਵਿੱਚ ਤੁਸੀਂ ਅਗਰ ਡਿਫਾਲਟ ਕੇਸ ਲਿਖਣਾ ਚਾਹੋ ਤਾਂ ਤੁਸੀਂ ਡਿਫਾਲਟ ਕੇਸ ਵੀ ਲਿਖ ਸਕਦੇ ਹੋ. ठीक है, so this was all about the switch statements. Then comes breaking out. तो break ਦਾ ਤੁਹਾਨੂੰ ਪਤਾ ਹੀ ਹੈ, break ਦਾ ਮਤਲਬ ਇਹ ਹੈ ਕਿ ਅਸੀਂ ਉੱਥੇ ਉਸ ਨੂੰ ਤੋੜ ਕੇ ਬਾਹਰ ਆ ਜਾਂਦੇ ਹਾਂ. ਠੀਕ ਹੈ ਨਾ, ਐਂਡ ਸਾਡੀ ਸਟੇਟਮੈਂਟ ਕੀ ਹੋ ਜਾਂਦੀ ਹੈ, ਟਰਮੀਨੇਟ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ. ਠੀਕ ਹੈ, ਨਾਓ ਸੋ ਸਵਿਚਸ ਦੇ ਬਾਰੇ ਗੱਲ ਅਸੀਂ ਕਰ ਚੁੱਕੇ ਹਾਂ. ਦੈਨ ਕੰਡੀਸ਼ਨਲ ਆਪਰੇਟਰ ਜਿਹੜਾ ਕੁਐਸਚਨ ਮਾਰਕ ਵਾਲਾ ਆਪਰੇਟਰ ਹੈ. ਸੋ ਇਸ ਦੇ ਬਾਰੇ ਮੈਂ ਪਹਿਲਾਂ ਵੀ ਗੱਲ ਕਰ ਚੁੱਕੀ ਹਾਂ ਕਿ ਪਹਿਲਾ ਜਿਹੜਾ ਪਾਰਟ ਹੋਏਗਾ ਉਹ ਕੰਡੀਸ਼ਨ ਹੋਏਗੀ. ਦੈਨ ਕੁਐਸਚਨ ਮਾਰਕ ਤੋਂ ਬਾਅਦ ਜਿਹੜਾ ਪਾਰਟ ਹੋਏਗਾ that will be your response if the condition is evaluated to true ਤਾਂ ਤੁਹਾਡਾ ਆ ਵਾਲਾ ਰਿਸਪੌਂਸ ਰਨ ਕਰੇਗਾ. ਅਗਰ ਇਹ ਕੰਡੀਸ਼ਨ ਤੁਹਾਡੀ ਫਾਲਸ ਇਵੈਲੂਏਟ ਹੁੰਦੀ ਹੈ ਤਾਂ ਤੁਹਾਡੇ ਕੋਲ ਜਿਹੜਾ ਕਾਲਮ ਤੋਂ ਬਾਅਦ ਜਿਹੜਾ ਰਿਸਪੌਂਸ ਹੈ ਉਹ ਇਵੈਲੂਏਟ ਹੋਏਗਾ. ਸੋ ਇਹ ਆਪਣੇ ਕੋਲ ਕਿਹੜਾ ਹੈ, ਕੰਡੀਸ਼ਨਲ ਆਪਰੇਟਰ ਜਾਂ ਟਰਨਰੀ ਆਪਰੇਟਰ ਵੀ ਇਹਨੂੰ ਕਹਿ ਦਿੰਦੇ ਹਾਂ. ਠੀਕ ਹੈ, ਤਾਂ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ. ਓਕੇ ਸਟੂਡੈਂਟਸ, fine. So I had covered till the conditional part. So next lecture ਦੇ ਵਿੱਚ ਆਪਾਂ looping statements cover up ਕਰਾਂਗੇ. Okay, so we can have a look on what is pending now from the chapter number 4. So okay, so we are only left with the looping part, then implicit and explicit typecasting की चीज है, and dynamic linking, and then seeing the dynamic linking in action. ठीक है, so ये कुछ अपने को चीज़ा पेंडिंग. And so with this your expression operators and your conditional statements are covered in this video. So I hope थोड़ा ये clear हो गया होगा. So thank you everyone for listening, and I'll see you in the next lecture. Till then, take care.